ਅੱਜ ਜਿਹੜਾ ਆਪਾਂ ਟੌਪਿਕ ਕਵਰ ਕਰਨ ਜਾ ਰਹੇ ਹਾਂ ਇਨਕਮ ਟੈਕਸ ਦਾ, ਉਹ ਹੈਗਾ ਐਗਰੀਕਲਚਰ ਇਨਕਮ। ਐਗਰੀਕਲਚਰ ਇਨਕਮ ਦੇ ਵਿੱਚ ਕੀ ਆ ਦੇਖੋ, ਅੰਡਰ ਸੈਕਸ਼ਨ 10 ਐਗਰੀਕਲਚਰ ਇਨਕਮ ਦੇ ਵਿੱਚ ਕੀ ਹੁੰਦਾ ਬੇਟੇ? ਐਗਰੀਕਲਚਰ ਇਨਕਮ ਦੀ ਅਗਰ ਆਪਾਂ ਗੱਲ ਕਰੀਏ, ਐਗਰੀਕਲਚਰ ਇਨਕਮ ਐਗਜ਼ਾਮਟ ਹੁੰਦੀ ਹੈ। ਅਗਰ ਤੁਸੀਂ ਇੰਡੀਆ ਦੇ ਵਿੱਚ ਐਗਰੀਕਲਚਰ ਕਰ ਰਹੇ ਹੋ ਤੇ ਉਹਦੇ ਤੋਂ ਤੁਹਾਨੂੰ ਇਨਕਮ ਹੁੰਦੀ ਹੈ, then it is fully exempted. But if ਐਗਰੀਕਲਚਰ ਇਨਕਮ ਦੇ ਨਾਲ ਅਗਰ ਤੁਸੀਂ ਨਾਨ ਐਗਰੀਕਲਚਰ ਇਨਕਮ ਵੀ ਇਨਕਲੂਡ ਕਰਦੇ ਹੋ, ਵਿੱਚ ਮਤਲਬ ਤੁਹਾਨੂੰ ਐਗਰੀਕਲਚਰ ਤੋਂ ਵੀ ਇਨਕਮ ਆ ਤੇ ਨਾਨ ਐਗਰੀਕਲਚਰ ਤੋਂ ਵੀ ਇਨਕਮ ਆ, ਦੈਨ ਉਸ ਕੇਸ ਦੇ ਵਿੱਚ ਤੁਹਾਡੀ ਇਨਕਮ ਟੈਕਸੇਬਲ ਹੋਊਗੀ ਦੋਨੋਂ। ਉਹਨੂੰ ਕਹਿੰਦੇ ਨੇ ਇੰਟੀਗ੍ਰੇਸ਼ਨ ਪ੍ਰੋਸੈਸ, ਜੋ ਅੱਜ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਕਿ ਐਗਰੀਕਲਚਰ ਇਨਕਮ ਹੁੰਦੀ ਕੀ ਹੈ। ਇਨਕਮ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਐਗਰੀਕਲਚਰ ਇਨਕਮ ਮੀਨਸ ਜਦੋਂ ਤੁਸੀਂ ਖੁਦ ਐਗਰੀਕਲਚਰ ਕਰ ਰਹੇ ਹੋ ਉਹਦੇ ਤੋਂ ਜਿਹੜੀ ਇਨਕਮ ਹੁੰਦੀ ਹੈ। ਜਦੋਂ ਤੁਸੀਂ ਆਪਣਾ ਐਗਰੀਕਲਚਰ ਲੈਂਡ ਰੈਂਟ ਆਊਟ ਕੀਤਾ ਹੋਇਆ ਉਹਦੇ ਤੋਂ ਜਿਹੜਾ ਰੈਂਟ ਆ ਰਿਹਾ ਵਾ ਉਹ ਵੀ ਐਗਰੀਕਲਚਰ ਹੁੰਦੀ ਹੈ। ਜਦੋਂ ਤੁਸੀਂ ਆਪਣੀ ਕੋਈ ਬਿਲਡਿੰਗ ਜਾਂ ਵੇਅਰ ਹਾਊਸ ਐਗਰੀਕਲਚਰ ਲੈਂਡ ਦੇ ਉੱਤੇ ਬਣਾਇਆ ਹੋਇਆ ਉਹਦੇ ਤੋਂ ਜਿਹੜੀ ਇਨਕਮ ਹੁੰਦੀ ਆ ਤੁਹਾਨੂੰ ਰੈਂਟਲ ਇਨਕਮ, ਉਹ ਵੀ ਐਗਰੀਕਲਚਰ ਇਨਕਮ ਹੁੰਦੀ ਆ। ਸੋ ਖੁਦ ਐਗਰੀਕਲਚਰ ਕਰਕੇ ਐਗਰੀਕਲਚਰ ਲੈਂਡ ਠੇਕੇ ਤੇ ਦੇ ਕੇ, ਜਾਂ ਜਿਹੜਾ ਐਗਰੀਕਲਚਰ ਲੈਂਡ ਤੇ ਤੁਸੀਂ ਇੱਕ ਬਿਲਡਿੰਗ ਬਣਾਈ ਆ ਵਿਚ ਇਜ਼ ਜਸਟ ਅਪੀਅਰਿੰਗ ਟੂ ਦ ਐਗਰੀਕਲਚਰ ਲੈਂਡ, ਉਹਦੇ ਤੋਂ ਜਿਹੜਾ ਤੁਹਾਨੂੰ ਰੈਂਟ ਆ ਰਿਹਾ, ਇਹ ਤਿੰਨੇ ਇਨਕਮਾਂ ਕੀ ਮੰਨੀਆਂ ਜਾਂਦੀਆਂ ਨੇ? ਐਗਰੀਕਲਚਰ ਇਨਕਮ ਮੰਨੀ ਜਾਂਦੀ ਆ, ਤੇ ਇਹ ਕੀ ਹੁੰਦੀਆਂ ਨੇ? ਐਗਜ਼ਾਮਟ ਹੁੰਦੀਆਂ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਕੀ ਆ? ਟੈਸਟ ਔਰ ਕੰਡੀਸ਼ਨਸ ਆਫ ਐਗਰੀਕਲਚਰ ਇਨਕਮ। ਠੀਕ ਹੈ, ਕੰਡੀਸ਼ਨਸ ਆਫ ਐਗਰੀਕਲਚਰ ਇਨਕਮ। कंडीशंस ऑफ एग्रीकल्चर, सब तो पहला इनकम शुड बी फ्रॉम लैंड, कि जी इनकम होनी चाहिए वो लैंड तो होनी चाहिए, लैंड की फर्टिलिटी पावर तो होनी चाहिए। ठीक है, लैंड शुड बी used for agriculture purpose. Third, land should be situated in India. These are the three conditions ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉਹ ਐਗਰੀਕਲਚਰ ਇਨਕਮ ਆ ਜਿਹੜੀ ਮੰਨੀ ਜਾਵੇ। कि income should be from land and land should be in India and land should be used for agriculture purpose। ठीक है, क्लियर हो गया? उस तो बाद आप गल करते हैं एग्रीकल्चर इनकम दियां टाइप्स। कि एग्रीकल्चर इनकम दी की टाइप्स होंगे। इस क्वेश्चन इस वीडियो दे विच मैं राजे ਜਿਹੜਾ क्वेश्चन कवर करूँगा एग्रीकल्चर इनकम, ਉਹਦੀਆਂ कंडीशंस, ਉਹਦੀਆਂ टाइप्स। ठीक है, सब तो पहले नंबर ਤੇ ਜਿਹੜੀ ਇਹ ਟਾਈਪ ਹੈਗੀ ਆ, that is as a rent from agriculture land, as a rent from agriculture land। ਇਹ ਮੈਂ ਆਲਰੇਡੀ ਤੁਹਾਨੂੰ ਐਕਸਪਲੇਨ ਕਰ ਚੁੱਕਾ ਕਿ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣਾ ਐਗਰੀਕਲਚਰ ਲੈਂਡ ਅਗਰ ਠੇਕੇ ਤੇ ਦੇ ਦਿੰਦੇ ਹੋ, ਉਹਦਾ ਜਿਹੜਾ ਤੁਹਾਨੂੰ ਰੈਂਟ ਆ ਰਿਹਾ, ਕਿਰਾਇਆ ਆ ਰਿਹਾ, ਰੈਂਟ ਯੂ ਆਰ ਗੈਟਿੰਗ ਫਰੋਮ ਦ ਲੈਂਡ ਵਿਚ ਯੂ ਹੈਵ ਬੀ ਗਿਵਨ ਔਨ ਰੈਂਟ, ਇਟ ਇਜ਼ ਐਗਰੀਕਲਚਰ। ਬਟ ਇਹ ਕੰਡੀਸ਼ਨ ਇਹ ਆ ਕਿ ਉਹ ਬੰਦਾ ਉੱਥੇ ਐਗਰੀਕਲਚਰ ਹੀ ਕਰ ਰਿਹਾ ਹੋਵੇ। ਹਾਂ, ਠੀਕ ਹੈ, ਓਕੇ। ਬਟ ਇਹ ਆ ਕਿ ਡੋਡੇ ਨਹੀਂ ਬੀਜਣੇ, ਠੀਕ ਹੈ, ਕਿ ਉੱਥੇ ਇਲੀਗਲ ਖੇਤੀ ਨਹੀਂ ਕਰਨੀ ਹੈਗੀ। ਠੀਕ ਹੈ, that must be legal, right? Or for income derived from agriculture.
ਇਨਕਮ ਡਰਾਈਵਡ ਫਰੋਮ ਐਗਰੀਕਲਚਰ। ਇਨਕਮ ਡਰਾਈਵਡ ਫਰੋਮ ਐਗਰੀਕਲਚਰ ਦੇ ਵਿੱਚ ਕੀ ਹੁੰਦਾ ਵਾ, ਜਦੋਂ ਤੁਸੀਂ ਖੁਦ ਐਗਰੀਕਲਚਰ ਕਰ ਰਹੇ ਹੋ। ਪਹਿਲੇ ਪੁਆਇੰਟ ਦੇ ਵਿੱਚ ਤੁਸੀਂ ਐਗਰੀਕਲਚਰ ਲੈਣ ਦਾ ਜਿਹੜਾ ਉਹ ਕਿਰਾਏ ਤੇ ਦਿੱਤਾ ਹੁੰਦਾ ਸੀ। ਉਸ ਤੋਂ ਬਾਅਦ ਤੀਸਰਾ ਪੁਆਇੰਟ ਜਿਹੜਾ ਹੈਗਾ ਵਾ ਬੇਟੇ, ਇਹਦੇ ਵਿੱਚ ਕੀ ਹੁੰਦਾ ਵਾ, ਅਗਰ ਤੁਸੀਂ ਕਿਸੇ ਐਦਾਂ ਦੇ ਪ੍ਰੋਸੈਸ ਦੇ ਵਿੱਚ ਇਨਵੋਲਵਡ ਹੈਗੇ ਹੋ ਜਿਹੜਾ ਪ੍ਰੋਡਕਟ ਨੂੰ ਮਾਰਕੀਟੇਬਲ ਬਣਾਉਂਦਾ ਵਾ, ਜੋ ਕਿ ਐਗਰੀਕਲਚਰ ਪ੍ਰੋਡਕਟ ਆ। ਜਿੱਦਾਂ ਫੋਰ ਐਗਜ਼ਾਮਪਲ ਜਦੋਂ ਆਪਾਂ ਰਾਈਸ ਦੀ ਖੇਤੀ ਕੀਤੀ ਹੁੰਦੀ ਹੈ, ਚਾਵਲਾਂ ਦੀ ਖੇਤੀ ਕੀਤੀ ਹੁੰਦੀ ਹੈ, ਚਾਵਲ ਐਜ਼ ਇਟ ਇਜ਼ ਨਹੀਂ ਵਿਕਦੇ ਹੈ ਨਾ, ਉਹਨਾਂ ਨੂੰ ਮਾਰਕੀਟੇਬਲ ਸਿਚੁਏਸ਼ਨ ਦੇ ਵਿੱਚ ਲਿਆਉਣਾ ਪੈਂਦਾ। ਜਿੱਦਾਂ ਫੋਰ ਐਗਜ਼ਾਮਪਲ ਕਣਕ ਲਗਾ ਲਓ, ਕਣਕ ਦਾ ਇੱਕ ਪੌਦਾ ਹੁੰਦਾ ਜਿਹਨੂੰ ਬੱਲੀ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ, ਹੈ ਨਾ, ਇੱਕ ਸੀਡ ਪ੍ਰੋਪਰ ਪੂਰਾ, ਤਾਂ ਉਹਨੂੰ ਕੱਢਣਾ ਪੈਂਦਾ ਕਣਕ ਨੂੰ ਉਹਦੇ ਚੋਂ। ਅਗਰ ਤੁਹਾਡਾ ਕੰਮ ਇਦਾਂ ਦਾ ਵਾ, ਯੂ ਆਰ ਨਾਟ ਚੇਂਜਿੰਗ ਦਾ ਆਇਡੈਂਟੀਟੀ, ਕਣਕ ਨੇ ਰਹਿਣਾ ਕਣਕ ਹੀ ਆ, ਆਟਾ ਨਹੀਂ ਬਣ ਗਿਆ, ਕਿਉਂਕਿ ਫਿਰ ਉਹ ਮੈਨੂਫੈਕਚਰਿੰਗ ਚੱਲ ਜਾਂਦਾ। ਅਗਰ ਆਪਾਂ ਕਣਕ ਤੋਂ ਆਟਾ ਬਣਾ, ਕਣਕ ਕਣਕ ਹੀ ਰਹੀ, ਆਇਡੈਂਟੀਟੀ ਚੇਂਜ ਨਹੀਂ ਹੋਈ, ਲੇਕਿਨ ਮਾਰਕੀਟੇਬਲ ਕਰ ਲਈ ਜਿਹੜੀ ਚੀਜ਼। ਐਦਾਂ ਨਹੀਂ ਨਾ ਵਿਕਣੇ, ਉਹ ਨਹੀਂ ਨਾ ਵਿਕਦੀਆਂ ਹੈਗੀਆਂ, ਬੱਲੀਆਂ ਨਹੀਂ ਵਿਕਦੀਆਂ, ਪੌਦੇ ਨਹੀਂ ਵਿਕਦੇ ਕਣਕ ਦੇ, ਕਣਕ ਦੇ ਦਾਣੇ ਵਿਕਦੇ ਨੇ। ਮੇਰਾ ਪੁਆਇੰਟ ਫੋਲੋ ਕਰ ਰਹੇ ਤਾਂ ਦਾਣੇ ਕੱਢਣ ਦੇ ਪ੍ਰੋਸੈਸ ਦੇ ਵਿੱਚ ਅਗਰ ਇਹ ਬੰਦਾ ਇਨਵੋਲਵ ਆ, ਉਹ ਵੀ ਐਗਰੀਕਲਚਰ ਇਨਕਮ ਹੀ ਮੰਨੀ ਜਾਂਦੀ ਹੈ। ਇਨਕਮ derived by the person by the sale of product rice and received as rent. Agriculture product as a rent in kind. Agriculture product as a rent in kind. ਇਹਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਨੂੰ ਜਿਹੜਾ ਰੈਂਟ ਆ ਰਿਹਾ ਵਾ ਉਹ ਕਿਸੇ ਚੀਜ਼ ਦਾ ਨਹੀਂ ਆ ਰਿਹਾ। ਇਹਦੇ 'ਚ ਰੈਂਟ ਸਾਨੂੰ ਪੈਸਿਆਂ ਦਾ ਆ ਰਿਹਾ ਸੀ, ਉਹਦੇ 'ਚ ਰੈਂਟ ਆ ਰਿਹਾ ਵਾ ਜਿਹੜਾ ਉਹ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਆ ਰਿਹਾ। ਉਹ ਸੌਰੀ ਆਮ ਰਿਪੀਟਿੰਗ ਵਾਂਸ ਅਗੇਨ, ਇਹਦੇ 'ਚ ਰੈਂਟ ਤੁਹਾਨੂੰ ਪੈਸਿਆਂ ਦਾ ਆ ਰਿਹਾ ਸੀ, ਉਹਦੇ 'ਚ ਰੈਂਟ ਤੁਹਾਨੂੰ ਪੈਸਿਆਂ ਦਾ ਨਹੀਂ ਆ ਰਿਹਾ, ਕਿਸੇ ਚੀਜ਼ ਦਾ ਆ ਰਿਹਾ। ਕਿਸੇ ਚੀਜ਼, ਕਿਹੜੀ ਚੀਜ਼ ਹੋ ਸਕਦੀ ਹੈ? ਜਿੱਦਾਂ ਫੋਰ ਐਗਜ਼ਾਮਪਲ ਉਹਨੇ 10 ਕੁਆਂਟਲ ਕਣਕ ਉਗਾਈ, ਉਹਦੇ ਵਿੱਚੋਂ 4 ਕੁਆਂਟਲ ਤੁਹਾਨੂੰ ਦੇਤੀ ਐਜ਼ ਅ ਰੈਂਟ, ਇਹਨੂੰ ਕਹਿੰਦੇ ਨੇ ਰੈਂਟ ਇਨ ਕਾਈਂਡ। ਠੀਕ ਹੈ ਨਾ, ਉਹ ਵੀ ਤੁਹਾਡੀ ਐਗਰੀਕਲਚਰ ਇਨਕਮ ਹੀ ਮੰਨੀ ਜਾਊਗੀ ਜਦੋਂ ਕੱਲ੍ਹ ਨੂੰ ਤੁਸੀਂ ਉਹਨੂੰ ਵੇਚੋਗੇ। ਮੈਂ ਦੁਬਾਰਾ ਰਿਪੀਟ ਕਰਦਾ, ਇਹਦੇ 'ਚ ਰੈਂਟ ਤੁਹਾਨੂੰ ਆ ਰਿਹਾ ਪੈਸਿਆਂ ਦੇ ਫਾਰਮ ਦੇ ਵਿੱਚ, ਕਿਉਂਕਿ ਤੁਸੀਂ ਆਪਣਾ ਐਗਰੀਕਲਚਰ ਲੈਣ ਦਿੱਤਾ। ਇਹਦੇ 'ਚ ਰੈਂਟ ਤੁਹਾਨੂੰ ਆ ਰਿਹਾ ਵਾ ਐਗਰੀਕਲਚਰ ਪ੍ਰੋਡਕਟ ਦੀ ਕਾਈਂਡ ਦੇ ਵਿੱਚ। ਠੀਕ ਹੈ, ਜਿੱਦਾਂ ਉਹਨਾਂ ਨੇ 10 ਕੁਆਂਟਲ ਤੋਂ 4 ਕੁਆਂਟਲ ਤੁਹਾਨੂੰ ਦੇ, ਕੱਲ੍ਹ ਨੂੰ ਜਿਹੜੇ ਵੀ ਉਹਦੇ ਪੈਸੇ ਆਉਣਗੇ ਦੈਟ ਇਜ਼ ਐਗਰੀਕਲਚਰ। ਠੀਕ ਹੈ, ਨੈਕਸਟ ਹੈਗਾ ਬਿਲਡਿੰਗ ਯੂਜ਼ਡ ਫॉर ਐਗਰੀਕਲਚਰ। ਇਨਕਮ from building used for agriculture। ਇਹਦੇ ਵਿੱਚ ਕੀ ਹੁੰਦਾ ਵਾ ਰਾਜੇ ਕਿ ਜਿਹੜੀ ਤੁਹਾਡੀ ਬਿਲਡਿੰਗ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਐਗਰੀਕਲਚਰ ਲੈਂਡ ਦੇ ਉੱਪਰ ਅਗਰ ਤੁਸੀਂ ਕੋਈ ਬਿਲਡਿੰਗ ਜਾਂ ਵੇਅਰ ਹਾਊਸ ਬਣਾਇਆ ਹੋਇਆ ਜੋ ਐਗਰੀਕਲਚਰ ਲੈਂਡ ਦੇ ਉੱਤੇ ਬਣਿਆ ਹੋਇਆ and you are using it and the other persons are using it for their any purpose which is related to agriculture ਨਾਲ related purpose ਆ, then ਉਹ agriculture income ਦਾ ਹੀ ਪਾਰਟ ਬਣਿਆ ਜਾਂਦਾ ਅਗਰ ਉਹਦਾ ਕਿਰਾਇਆ ਜੌਬ ਤੋਂ ਇਨਕਮ ਹੋ ਰਹੀ। ਸਮਝ ਆ ਗਈ ਬੇਟੇ? ਸੋ ਇਹ ਕੰਡੀਸ਼ਨ ਸੀਗੀਆਂ ਕਿ ਜੋ ਮੈਂ ਤੁਹਾਨੂੰ ਦੱਸੀ ਹੈ, ਪਲੱਸ ਇਹ ਜਿਹੜੀਆਂ ਸੀਗੀਆਂ ਉਹਦੀਆਂ ਟਾਈਪ ਸੀਗੀਆਂ ਕਿ ਜਦੋਂ ਸਾਨੂੰ ਐਗਰੀਕਲਚਰ ਲੈਣ ਦਾ ਕਿਰਾਇਆ ਆ ਰਿਹਾ, ਅਸੀਂ ਖੁਦ ਐਗਰੀਕਲਚਰ ਕਰਕੇ ਪੈਸੇ ਕਮਾ ਰਹੇ ਹਾਂ, ਜਿਸ ਅਸੀਂ ਇੱਦਾਂ ਦਾ ਕੰਮ ਕਰ ਰਹੇ ਹਾਂ ਜਿਹਦੇ ਨਾਲ ਐਗਰੀਕਲਚਰ ਪ੍ਰੋਡਕਟ ਮਾਰਕੀਟੇਬਲ ਬਣ ਰਿਹਾ। ਇਹਦੇ ਵਿੱਚ ਕੀ ਹੁੰਦਾ ਵਾ ਕਿ ਸਾਨੂੰ ਰੈਂਟ ਆ ਰਿਹਾ ਵਾ ਇਨ ਕਾਈਂਡ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਵਾ ਕਿ ਅਸੀਂ ਬਿਲਡਿੰਗ ਯੂਜ਼ ਕਰ ਰਹੇ ਹਾਂ ਫॉर ਐਗਰੀਕਲਚਰ ਪਰਪਸ। ਠੀਕ ਹੈ ਨਾ, ਜਿਹੜੀ ਬਿਲਡਿੰਗ ਸਾਡੇ ਐਗਰੀਕਲਚਰ ਲੈਂਡ ਤੇ ਬਣੀ ਹੋਈ ਆ ਤੇ ਸਾਨੂੰ ਉਹਦਾ ਕੀ ਆ ਰਿਹਾ ਵਾ, ਕਿਰਾਇਆ ਆ ਰਿਹਾ। ਉਹ ਅਸੀਂ ਵੀ ਯੂਜ਼ ਕਰ ਸਕਦੇ ਹਾਂ, ਸਾਹਮਣੇ ਵਾਲੇ ਨਾਲ ਦੇ ਵੀ ਯੂਜ਼ ਕਰ ਸਕਦੇ ਹਾਂ। ਸੌਰਟ ਆਫ ਰੈਂਟ ਆ ਰਿਹਾ ਸਾਨੂੰ, ਵੇਅਰ ਹਾਊਸ ਬਿਲਡਿੰਗ ਜਿਹੜੀ ਕਿ ਸਾਡੀ ਐਗਰੀਕਲਚਰ ਹੈ। ਕਲੀਅਰ ਹੋ ਗਿਆ ਟਾਈਪਸ? ਦੇਖੋ ਬੇਟੇ, ਨੈਕਸਟ ਜਿਹੜਾ ਟੌਪਿਕ ਹੈ ਨਾ, ਇਹ ਕਲਾਸੀਫਿਕੇਸ਼ਨ ਜਾਂ ਟਾਈਪ ਦੇ ਵਿੱਚ ਹੀ ਤੁਸੀਂ ਲਿਖ ਸਕਦੇ ਹੋ। ਸਮ ਟਾਈਮ ਕੀ ਹੁੰਦਾ ਵਾ ਕਿ ਕਈ ਵਾਰੀ ਸਾਡੀ ਕੁਝ ਇਨਕਮ ਪਾਰਟਲੀ ਹੁੰਦੀ ਹੈ
partly agriculture and partly non agriculture। ਹੁਣ ਉਹਦਾ ਕੀ ਕੀਤਾ ਜਾਵੇ? ਸਮ ਟਾਈਮ ਇਦਾਂ ਹੁੰਦਾ ਵਾ ਕਿ ਕੁਝ ਇਨਕਮ ਸਾਡੀ ਪਾਰਟਲੀ ਐਗਰੀਕਲਚਰ ਹੁੰਦੀ ਹੈ, ਪਾਰਟਲੀ ਨਾਨ ਐਗਰੀਕਲਚਰ। ਜਿੱਦਾਂ ਫੋਰ ਐਗਜ਼ਾਮਪਲ ਮੈਂ ਖੇਤਾਂ 'ਚ ਗੰਨਾ ਉਗਾ ਵੀ ਰਿਹਾ ਹਾਂ ਪਲੱਸ ਉਹਦੀ ਖੰਡ ਬਣਾ ਕੇ ਵੇਚ ਵੀ ਰਿਹਾ ਹਾਂ, ਮਤਲਬ ਆਈ ਐਮ ਆਲਸੋ ਪਲੋਇੰਗ ਦਾ ਸ਼ੂਗਰ ਕੇਨ ਇਨ ਮਾਈ ਫੀਲਡ, ਤਾਂ ਆਈ ਐਮ ਆਲਸੋ ਕਨਵਰਟਿੰਗ ਦਾ ਸ਼ੂਗਰ ਕੇਨ ਇਨਟੂ ਦਾ ਸ਼ੂਗਰ ਇਨ ਮਾਈ ਮੈਨੂਫੈਕਚਰਿੰਗ ਪ੍ਰੋਸੈਸ। ਦੈਨ ਉਹਦੇ 'ਚ ਮੇਰੀ ਕਿੰਨੀ ਮੈਨੂਫੈਕਚਰ ਇਨਕਮ ਬਣੀ ਜਾਊਗੀ ਤੇ ਕਿੰਨੀ ਮੇਰੀ ਐਗਰੀਕਲਚਰ ਇਨਕਮ ਬਣੀ ਜਾਊਗੀ। ਤਾਂ ਉਹਦੇ 'ਚ ਨਾ ਇੱਕ ਜਨਰਲ ਰੂਲ ਆ ਜਿਹੜਾ ਐਪਲੀਕੇਬਲ ਹੁੰਦਾ ਵਾ ਸਾਰੀਆਂ ਚੀਜ਼ਾਂ ਤੇ, ਸਿਰਫ ਤਿੰਨ ਨੂੰ ਛੱਡ ਕੇ, ਐਕਸੈਪਟ ਰਬੜ, ਟੀ ਐਂਡ ਕਾਫੀ। ਇਹਨਾਂ ਤਿੰਨਾਂ ਨੂੰ ਛੱਡ ਕੇ ਉਹ ਜਨਰਲ ਰੂਲ ਸਭ ਤੇ ਐਪਲੀਕੇਬਲ ਹੁੰਦਾ, ਕਿਉਂਕਿ ਰਬੜ, ਟੀ ਤੇ ਕਾਫੀ ਤੇ ਅਲੱਗ ਰੂਲ। ਉਹਦੇ 'ਚ ਕੀ ਹੋਊਗਾ ਰਾਜੇ, ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ ਦੂਜੇ ਵਿੱਚ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆ, ਜਨਰਲ ਰੂਲ ਦੇ ਵਿੱਚ ਨਾਨ ਐਗਰੀਕਲਚਰ ਇਨਕਮ ਲਾ ਕੱਢੀ ਜਾਊਗੀ ਤੇ ਐਗਰੀਕਲਚਰ ਇਨਕਮ ਲਾ ਕੱਢੀ ਜਾਊਗੀ। ਜਨਰਲ ਰੂਲ ਕਿਵੇਂ? ਮੇਰੀ ਐਗਰੀਕਲਚਰ ਇਨਕਮ ਕਿਵੇਂ ਨਿਕਲੂਗੀ? ਸਪੋਜ਼ ਕਰੋ ਜਿਹੜਾ ਮੈਂ ਸ਼ੂਗਰ ਕੇਨ ਆਪਣੀ ਫੀਲਡ ਦੇ ਵਿੱਚ ਉਗਾਇਆ ਵਾ, ਉਹਦਾ ਜਿਹੜਾ ਮਾਰਕੀਟ ਵੈਲਿਊ ਆਫ ਐਗਰੀਕਲਚਰ ਪ੍ਰੋਡਕਟ ਜੋ ਵੀ ਹੈ ਉਹਨੂੰ ਮੈਂ ਮਾਈਨਸ ਕਰ ਦੂੰਗਾ ਕਾਸਟ ਆਫ ਕਲਟੀਵੇਸ਼ਨ ਉਹਦੇ ਚੋਂ। ਜਿੱਦਾਂ ਫੋਰ ਐਗਜ਼ਾਮਪਲ ਮੈਂ ਐਗਰੀਕਲਚਰ ਪ੍ਰੋਡਕਟ ਦੀ ਮਾਰਕੀਟ ਵੈਲਿਊ, ਅਗਰ ਜਿਹੜਾ ਗੰਨਾ ਮੈਂ ਆਪਣੀ ਖੇਤਾਂ 'ਚ ਉਗਾਇਆ, ਅਗਰ ਮੈਂ ਉਹਨੂੰ ਐਜ਼ ਇਟ ਇਜ਼ ਮਾਰਕੀਟ 'ਚ ਵੇਚਦਾ, ਮੈਂ ਨਹੀਂ ਵੇਚਿਆ, ਤਾਂ ਉਹ 70,000 ਦਾ ਹੁੰਦਾ ਤੇ ਮੈਂ ਉਗਾਇਆ ਸੀਗਾ 30,000 ਦਾ, ਤਾਂ 40,000 ਮੇਰੀ ਕੀ ਆ ਗਈ? ਐਗਰੀਕਲਚਰ ਇਨਕਮ। ਹਾਲਾਂਕਿ ਮੈਂ ਵੇਚਿਆ ਨਹੀਂ, ਮੈਂ ਸਿਰਫ ਉਹਦੀ ਮਾਰਕੀਟ ਵੈਲਿਊ ਚੁੱਕੀ। ਤੇ ਨਾਨ ਐਗਰੀਕਲਚਰ ਇਨਕਮ ਕੀ ਆਊਗੀ? ਕਿਵੇਂ ਆਊਗੀ? ਨਾਨ ਐਗਰੀਕਲਚਰ ਇਨਕਮ ਆਊਗੀ ਸੇਲ ਪ੍ਰਾइस ऑफ इंडस्ट्रियल प्रोडक्ट माइनस मार्केट वैल्यू ऑफ एग्रीकल्चर प्रोडक्ट माइनस इंडस्ट्री एक्सपेंसेस। जिदा फॉर एग्जांपल मैं अपने ही गन्ने की जदों शुगर बना के बेची तो वो शुगर 1.5 लाख की खंड, अगर मैं तो अपना गन्ना यूज किया, अगर मैं मार्केट चो चकदा तो मैं गन्ना किन्ने का बनना? 70,000। वो मैं माइनस करता, सपोज करो 30,000 के इंडस्ट्रीयल खर्चे हो कि इंडस्ट्री चलाई, तो मैंने लाख रुपया जो बचा वो मेरी नॉन एग्रीकल्चर। समझ आ गया? ओ सॉरी 50,000 जो बचा ये मेरी की होगी? नॉन एग्रीकल्चर। समझ आ गया? क्लियर? इज इट क्लियर टू यू? ठीक है, ये नॉन एग्रीकल्चर ये रूल सब ते एप्लीकेबल होना कि अगर तुसी बाहरों माल नहीं खरीद रहे तो उसकी मार्केट वैल्यू, सपोज करो गन्ना मैंने 20,000 में पै रहा है, लेकिन मैं उसकी कॉस्ट मैंने तो 30,000 ही पै रही, कितने 30,000 ही पै रही गन्ने, लेकिन मैं उसकी मार्केट वैल्यू कंसीडर करनी हर जगह, एग्रीकल्चर लिए भी ते नॉन एग्रीकल्चर। इज इट क्लियर? हुण आपां केस करते हैं रबड़, टी ते कॉफी का। रबड़, टी एंड कॉफी। ਇਹਦੇ ਵਿੱਚ ਕੀ ਹੈ ਰਬੜ, ਟੀ ਐਂਡ ਕਾਫੀ ਦੇ ਵਿੱਚ? ਰਬੜ, ਟੀ ਐਂਡ ਕਾਫੀ ਦੇ ਵਿੱਚ ਇਹ ਹੈ ਸਿੱਧਾ ਆਪਾਂ ਜੋ ਸਾਡਾ ਖਰਚਾ ਹੋਇਆ, ਮੈਂ ਤੁਹਾਨੂੰ ਦੱਸਾਂ ਇਹ ਚ ਉਹਨਾਂ ਨੇ ਇਨਕਮ ਕੱਢ ਲੈਣੀ ਹੈ, ਟੋਟਲ ਇਨਕਮ। रबड़ तुसी खेतों चो उगाई, फिर तुसी इधर टायर बना के बेचते थे, ठीक है? टोटल इनकम कर ले किवें? सेल प्राइस ऑफ इंडस्ट्रियल प्रोडक्ट जो तुसी टायर बना के बेचे माइनस कॉस्ट ऑफ कल्टीवेशन रबड़ दी माइनस इंडस्ट्रियल एक्सपेंसेस। सेल प्राइस हैगा 1 लाख रुपए का,
ਕਾਸਟ ਆਫ ਕਲਟੀਵੇਸ਼ਨ ਰਬੜ ਉਗਾਉਣ ਦੀ ਕਾਸਟ ਸੀਗੀ 30000, 20000 ਦੇ ਖਰਚੇ ਹੋ ਗਏ ਇੰਡਸਟਰੀ ਦੇ ਰਬੜ ਤੋਂ ਟਾਇਰ। ਤੁਹਾਨੂੰ ਨੈਟ ਪ੍ਰੋਫਿਟ ਕਿੰਨਾ ਬਚਿਆ 50000 ਦਾ। ਇਹਦਾ 65% ਐਗਰੀਕਲਚਰ ਇਨਕਮ, 35% ਨਾਨ ਐਗਰੀਕਲਚਰ। ਸਿੱਧਾ ਸਾਫ ਜੋ ਤੁਹਾਡਾ ਨੈਟ ਪ੍ਰੋਫਿਟ ਬਚਿਆ ਇਹਦੇ ਚ ਮਾਰਕੀਟ ਵੈਲਿਊ ਦਾ ਕੁਝ ਨਹੀਂ ਲੈਣਾ। ਜੋ ਤੁਹਾਡਾ ਬਚਿਆ ਖਰਚੇ ਹੋਏ ਟੋਟਲ ਤੁਹਾਡਾ ਟਾਇਰ ਲੱਖ ਰੁਪਏ ਦੇ ਵਿਕੇ, 30000 ਰਬੜ ਦੇ ਖਰਚੇ 20000 ਹੋਏ, ਬਸ 65 35 ਕਰਦੇ। ਤੇ ਇਨ ਕੇਸ ਆਫ ਟੀ ਸੇਮ ਕਿ ਤੁਸੀਂ ਚਾਹ ਦੇ ਲੀਵਸ ਜਿਹੜੇ ਹੁੰਦੇ ਨੇ ਉਹ ਉਗਾਏ ਕਰੋ। ਸੇਲ ਆਫ ਇੰਡਸਟਰੀਅਲ ਪ੍ਰੋਡਕਟ ਮਾਈਨਸ ਕਾਸਟ ਆਫ ਕਲਟੀਵੇਸ਼ਨ, ਟੀ ਉਗਾਉਣ ਦੇ ਖਰਚੇ ਮਾਈਨਸ ਟੀ ਤੋਂ ਟੀ ਬੈਗਸ ਬਣਾਉਣ ਦੇ ਖਰਚੇ, ਇੰਡਸਟਰੀਅਲ ਐਕਸਪੈਂਸ। ਠੀਕ ਹੈ, ਲੱਖ ਰੁਪਏ ਦੀ ਤੁਸੀਂ ਟਾਟਾ ਟੀ ਵੇਚੀ ਫॉर एग्जांपल, ਕਾਸਟ ਆਫ ਕਲਟੀਵੇਸ਼ਨ ਸੀਗੇ ਜਿਹੜੇ ਉਹਦੇ ਪੌਦੇ ਲਗਾਏ ਸੀ ਜਾਂ ਲੀਵਸ ਲਗਾਏ ਸੀ ਜਾਂ ਜੋ ਵੀ ਸੀ, ਉਹ ਹੋ ਗਿਆ ਤੁਹਾਡਾ 30000 ਕਲਟੀਵੇਸ਼ਨ ਦੀ ਕਾਸਟ। ਇੰਡਸਟਰੀਅਲ ਐਕਸਪੈਂਸ ਉਹਦੇ ਤੇ ਲੱਗੇ ਸੀ 20000 ਸਪੋਜ਼ ਕਰੋ, ਜਿਹੜੇ ਆਪਾਂ ਲੀਵਸ ਨੂੰ ਸੁਕਾਇਆ ਉਸ ਤੋਂ ਬਾਅਦ ਉਹਨਾਂ ਨੂੰ ਕ੍ਰਸ਼ ਕੀਤਾ, ਜੋ ਵੀ ਪ੍ਰੋਸੈਸ ਹੁੰਦਾ। 50000 ਰੁਪਏ ਤੁਹਾਨੂੰ ਨੈਟ ਬਚਿਆ। 60% ਐਗਰੀਕਲਚਰ ਇਨਕਮ, 40% ਨਾਨ ਐਗਰੀਕਲਚਰ ਇਨਕਮ। ਜੋ ਤੁਹਾਨੂੰ ਬਚਿਆ ਜਿੰਨੇ ਦੀ ਤੁਸੀਂ ਟਾਟਾ ਟੀ ਵੇਚੀ ਇੰਡਸਟਰੀਅਲ ਐਗਜ਼ਾਮਪਲ, ਆਈ ਐਮ ਟੇਕਿੰਗ ਐਨ ਐਗਜ਼ਾਮਪਲ ਆਫ ਟਾਟਾ ਟੀ, ਆਈ ਐਮ ਨॉट ਸਪਾਂਸਰਡ ਬਾय ਟਾਟਾ ਟੀ। ਠੀਕ ਹੈ ਨਾ, ਮੈਂ ਸਿਰਫ ਵੈਸੇ ਐਗਜ਼ਾਮਪਲ ਲਈ ਹੈ ਕਿ ਸੇਲ ਪ੍ਰਾइस ਆਫ ਇੰਡਸਟਰੀਅਲ ਪ੍ਰੋਡਕਟ ਉਹਦੇ ਚ ਆਪਾਂ ਮਾਈਨਸ ਕਾਸਟ ਆਫ ਕਲਟੀਵੇਸ਼ਨ ਮਾਈਨਸ ਇੰਡਸਟਰੀਅਲ ਐਕਸਪੈਂਸ। ਠੀਕ ਹੈ, ਕਿੱਥੇ ਸਰ ਕਿੱਥੇ ਜੀ? ਹਾਂ ਠੀਕ ਹੈ, ਉਹ ਜ਼ੀਰੋ ਤੇਰੇ ਵਾਲੀ ਪੈਣੀ ਸੀ। ਨੈਕਸਟ ਹੈਗਾ ਜੀ ਕਾਫੀ। ਕਾਫੀ ਚ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਸਿੰਪਲ ਐਂਡ ਫਲੇਵਰਡ। ਕਿਉਂਕਿ ਫਲੇਵਰਡ ਆ ਜਿਹੜੀ ਉਹਦੇ ਵਿੱਚ ਇੰਡਸਟਰੀਅਲ ਪ੍ਰੋਸੈਸ ਆ ਜਿਹੜਾ ਥੋੜਾ ਜ਼ਿਆਦਾ ਹੁੰਦਾ, ਕਿਉਂਕਿ ਉਹ ਚ ਫਲੇਵਰ ਵਗੈਰਾ ਪਾਉਣੇ ਪੈਂਦੇ ਨੇ, ਟੇਸਟ। ਚੀਜ਼ ਇਹੀ ਆ, ਕਾਫੀ ਵੇਚੀ ਬਣਾ ਕੇ ਨੈਸਲੇ ਦੀ, ਸੇਲ ਪ੍ਰਾइस ਆਫ ਇੰਡਸਟਰੀਅਲ ਪ੍ਰੋਡਕਟ ਮਾਈਨਸ ਕਾਸਟ ਆਫ ਕਲਟੀਵੇਸ਼ਨ माइनस इंडस्ट्रियल एक्सपेंसेस। लास्ट जो बचे, ठीक है ना, जो बचे 1 लाख रुपए की कॉफी बना के बेची डब्बियां च पा के, 30000 रुपया कॉफी उगाउण दा खर्चा, 20000 रुपया ਉਹਨੂੰ क्रश ਕਰਨ ਦਾ बीट्स ਦਾ, ਹੈ ਨਾ, ਬਚਿਆ 50000 ਨੈਟ। ਇਹਦਾ ਬਣ ਜਾਊਗਾ 75.25, क्योंकि एग्रीकल्चर ही ज्यादा, एग्रीकल्चर इनकम नॉन एग्रीकल्चर। ये है सिंपल कॉफी। अगर फ्लेवर्ड होवे तो 50,000 आ गई जी, ओनू 60% 40%। ये एग्रीकल्चर इनकम नॉन एग्रीकल्चर इनकम, क्योंकि विच फ्लेवर वगैरह पाए ने ते ओहदे नाल की हो गया थोड़ा वो बढ़ गया। ठीक है ना ये बच्चों, सो ये सीगे थोड़े एग्रीकल्चर इनकम का मीनिंग, the classifications and conditions plus tea, coffee. Well, this is also a type of classification. Thank you so much.